ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸ ਹੋਏ। ਗੌੜੀ ਮਹੱਲਾ ਪੰਜਵਾਂ। ਗੁਰ ਕੇ ਚਰਨ ਉਪਰ ਮੇਰੇ ਮਾਥੇ, ਤਾਤੇ ਦੁਖ ਮੇਰੇ ਸਗਲੇ ਲਾਥੇ। ਗੁਰ ਕੇ ਚਰਨ ਉਪਰ ਮੇਰੇ ਮਾਥੇ, ਤਾਤੇ ਦੁਖ ਮੇਰੇ ਸਗਲੇ ਲਾਥੇ। ਸਤਿਗੁਰ ਆਪਣੇ ਕੋ ਕੁਰਬਾਨੀ, ਆਤਮ ਚੀਨ ਪਰਮ ਰੰਗ ਮਾਨੀ। ਰਹਾਉ ਚਰਨ ਰੇਨ ਗੁਰ ਕੀ ਮੁਖ ਲਾਗੀ, ਅਹੰਗ ਬੁੱਧ ਤਿਨ ਸਗਲ ਤਿਆਗੀ। ਗੁਰ ਕਾ ਸ਼ਬਦ ਲਗੋ ਮਨ ਮੀਠਾ, ਪਾਰ ਬ੍ਰਹਮ ਤਾਤੇ ਮੋਹਿ ਡੀਠਾ। ਗੁਰ ਸੁਖ ਦਾਤਾ ਗੁਰ ਕਰਤਾਰ, ਜੀ ਪਰਾਨ ਨਾਨਕ ਗੁਰ ਆਧਾਰ। ਗੁਰ ਸੁਖ ਦਾਤਾ ਗੁਰ ਕਰਤਾਰ, ਜੀ ਪਰਾਨ ਨਾਨਕ ਗੁਰ ਆਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਗੌੜੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰ ਬਿੰਦ ਉਚਾਰਨ ਕੀਤਾ ਹੋਇਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 187 ਤੇ ਸੁਭਾਈਮਾਨ ਹੈ ਜੀ। ਤਿਸ ਦੀ ਵਿਚਾਰ ਆਪ ਜੀ ਨੂੰ ਸਰਵਣ ਕਰਾ ਰਹੇ ਹਨ ਬਹੁਤ ਹੀ ਸਤਿਕਾਰਯੋਗ ਗਿਆਨੀ ਕਿਸ਼ਨ ਸਿੰਘ ਜੀ ਅੰਮ੍ਰਿਤਸਰ ਸਾਹਿਬ। ਉਹਨਾਂ ਪਾਸੋਂ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰੋ ਜੀ। ਗਿਆਨੀ ਜੀ ਦਾ ਇੱਕ ਦਿਨ ਦਾ ਸਮਾਂ ਹੈ ਸਾਡੇ ਪਾਸ। ਪ੍ਰਬੰਧਕ ਸੇਵਾਦਾਰਾਂ ਵੱਲੋਂ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਅੰਮ੍ਰਿਤ ਸੰਚਾਰ ਹਰ ਐਤਵਾਰ ਇਸ ਪਾਵਨ ਸਥਾਨ 'ਤੇ ਹਰ ਬੁੱਧਵਾਰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਹੁੰਦਾ ਹੈ। ਕੇਸੀ ਇਸ਼ਨਾਨ ਕਰਕੇ ਦਿਨ ਦੇ 11 ਵਜੇ ਪਹੁੰਚ ਕੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਜੁਗੋ ਜੁਗੇ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪਾਵਨ ਪ੍ਰਕਾਸ਼ ਗੁਰਪੁਰਬ 16 ਤਰੀਕ ਨੂੰ ਹੈ।
ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਸਵੇਰੇ ਅੰਮ੍ਰਿਤ ਵੇਲੇ ਤੋਂ ਰਾਤ 11 ਵਜੇ ਤੱਕ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਆਪ ਸੰਗਤਾਂ ਪ੍ਰਤੀ ਬੇਨਤੀ ਹੈ 16 ਤਰੀਕ ਨੂੰ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਹਾਜ਼ਰੀਆਂ ਭਰ ਕੇ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਨਾ ਜੀ। ਇਸ ਮਹੀਨੇ ਦੀ ਸਗਰਾਂਦ 17 ਤਰੀਕ ਨੂੰ ਹੈ। ਦਿੱਲੀ ਦੇ ਇਤਿਹਾਸਕ ਗੁਰੂ ਧਾਮਾਂ ਦੀ ਕਾਰ ਸੇਵਾ ਸਤਿਕਾਰਯੋਗ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਤਨ ਮਨ ਧਨ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਨਾ ਜੀ। ਆਓ ਅਗਲੇ ਸਮੇਂ ਲਈ ਗੁਰੂ ਸ਼ਬਦ ਦੀ ਵਿਚਾਰਨਾ ਜੁੜਨਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਜਿਉਂ ਬੁਲਾਏ ਤਿਉਂ ਬੋਲੀਐ, ਜਾਂ ਆਪ ਬੁਲਾਏ ਸੋਏ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਭਗਤ ਜੋਗ ਕੋ ਜੈਤਵਾਰ, ਹਰ ਜਨਕ ਉਪਾਇਓ। ਸ਼ਬਦ ਗੁਰੂ ਪ੍ਰਕਾਸ਼ਿਓ, ਸ਼ਬਦ ਗੁਰੂ ਪ੍ਰਕਾਸ਼ਿਓ। ਹਰ ਰਸਨ ਬਸਾਇਓ। ਅੰਧਿਆਰੈ ਦੀਪਕ ਚਹੀਐ, ਅੰਧਿਆਰੈ ਦੀਪਕ ਚਹੀਐ। ਇਕ ਬਸਤ ਅਗੋਚਰ ਲਹੀਐ, ਇਕ ਬਸਤ ਅਗੋਚਰ ਲਹੀਐ। ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ ਰਹਿਮਤ ਬਖਸ਼ਿਸ਼ ਕਦੀ 1604 ਵਿੱਚ ਹੋਈ, ਜੋ ਕਿ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੀਤਾ ਗਿਆ। ਅੱਜ ਦਾਤੇ ਦੀ ਰਹਿਮਤ ਤੇ ਬਖਸ਼ਿਸ਼ ਨਾਲ ਅਨੇਕ ਥਾਵਾਂ 'ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹਰ ਰੋਜ਼ ਸਾਹਿਬ ਦੀ ਰਹਿਮਤ ਨਾਲ ਮਿਲਦਾ ਹੈ। ਭਾਗਾਂ ਵਾਲੇ ਨੇ ਜੋ ਗੁਰ ਸ਼ਬਦ ਦੇ ਪ੍ਰਕਾਸ਼ ਦੀ ਕਿਰਨ ਪ੍ਰਾਪਤ ਕਰਨ ਲਈ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਲੈਂਦੇ ਨੇ। ਸਾਹਿਬ ਦੀ ਬਖਸ਼ਿਸ਼ ਹੋਈ। ਗੁਰ ਸਿੰਘਾਸਨ 'ਤੇ ਪ੍ਰਕਾਸ਼ਮਾਨ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਇਸ ਸਮੇਂ ਮਹਾਨ ਇਤਿਹਾਸਕ ਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਜੀ ਵਿਖੇ ਆ ਕੇ ਆਪ ਜੀ ਨੇ ਮਸਤਕ ਝੁਕਾਉਂਦਿਆਂ ਨਮਸਕਾਰ ਕਰਕੇ ਪਰਮ ਪਵਿੱਤਰ ਪਾਵਨ ਦਰਬਾਰ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਰਸ ਪਿੰਡੜੇ ਕੀਰਤਨ ਸ਼ਰਵਣ ਕੀਤੇ। ਉਪਰੰਤ ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬੋਲ ਸਤਿਗੁਰਾਂ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠੇ ਸਿੰਘ ਸਾਹਿਬ ਜੀ ਤੋਂ ਆਪ ਜੀ ਨੇ ਹੁਣੇ ਪਾਠ ਰੂਪ ਵਿੱਚ ਸ਼ਰਵਣ ਕੀਤੇ ਨੇ। ਆਓ ਸਾਹਿਬ ਦੀ ਅਸੀਸ ਤੇ ਬਖਸ਼ਿਸ਼ ਪ੍ਰਾਪਤ ਕਰੀਏ। ਸ਼ਬਦ ਵਿਚਾਰ ਆਰੰਭ ਤੋਂ ਪਹਿਲਾਂ ਇੱਕ ਵਾਰੀ ਮਿਲ ਕੇ ਸਾਰੇ ਗੁਰਫਤਿਹ ਨਾਲ ਸਾਂਝ ਪਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 187 ਅੰਗ 'ਤੇ ਸੁਭਾਈਮਾਨ ਹੈ। ਮੇਰੇ ਮਾਲਕ ਜੀ ਨੇ ਜਿੱਥੇ ਬਾਣੀ ਦਾ ਉਚਾਰਨ ਕੀਤਾ ਉੱਥੇ ਉਸ ਨੂੰ ਇੱਕ ਰਾਗ ਵਿੱਚ ਮੇਰੇ ਪਾਤਸ਼ਾਹ ਜੀ ਨੇ ਅਤੇ ਉਸ ਰਾਗ ਨੂੰ ਤਾਲ ਦਾ ਸੰਬੰਧ ਦੇ ਕੇ ਮੇਰੇ ਪਾਤਸ਼ਾਹ ਜੀ ਨੇ
ਕੀਰਤਨ ਦੇ ਰੂਪ ਵਿੱਚ ਉਸ ਬਾਣੀ ਨੂੰ ਸ਼ਰਵਣ ਕਰਵਾਉਣ ਲਈ ਇਹ ਮਹਾਨ ਬਖਸ਼ਿਸ਼ ਕੀਤੀ। ਇਹ ਗੌੜੀ ਰਾਗ ਦਾ ਸ਼ਬਦ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ ਹੈ। ਇਹ ਛੋਟੀ ਗੱਲ ਨਹੀਂ ਹੈ ਕਿ ਆਪ ਇਸ ਸਮੇਂ ਗੁਰੂ ਸ਼ਬਦ ਨਾਲ ਜੁੜਨ ਦੀ ਲਾਲਸਾ ਲੈ ਕੇ ਬੈਠੇ। ਆਪਣੇ ਆਪ ਨੂੰ ਬੜੇ ਵਡਭਾਗੇ ਜਾਣਿਓ ਜੋ ਇਸ ਵਕਤ ਸਾਡੀ ਸੁਰਤ ਚੇਲਾ ਬਣ ਕੇ ਸਤਿਗੁਰੂ ਦੇ ਪਾਵਨ ਬੋਲ ਸ਼ਬਦ ਗੁਰੂ ਬਣ ਕੇ ਇੱਕ ਐਸਾ ਸੰਬੰਧ ਬਣਾ ਰਹੇ ਨੇ ਜਿੱਥੇ ਆਏ ਸਿੱਖ ਸੇਵਕ ਦੀ ਝੋਲੀ ਮੇਰੇ ਪਾਤਸ਼ਾਹ ਜੀ ਨੇ ਸ਼ਬਦ ਦੇ ਗਿਆਨ ਨਾਲ ਭਰਨੀ ਹੈ। ਉੱਥੇ ਸੱਚ ਕਰਕੇ ਜਾਣਿਓ ਗੁਰੂ ਨਾਨਕ ਦੇ ਘਰ ਦੀਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਨੇਕ ਬਰਕਤਾਂ ਹੋਰ ਵੀ ਝੋਲੀ ਵਿੱਚ ਪੈਣੀਆਂ ਨੇ। ਆਓ ਸਾਹਿਬ ਦੇ ਚਰਨਾਂ ਵਿੱਚ ਇੱਕ ਮਨ ਹੋ ਕੇ ਸੁਰਤ ਟਿਕਾ ਕੇ ਅੰਦਰ ਦੇ ਧਿਆਨ ਵਿੱਚ ਉਸ ਸ਼ਬਦ ਦਾ ਰਸ ਪੀਵਨ ਦੀ ਅੰਦਰੋਂ ਮੇਰੇ ਮਾਲ ਆਪ ਬਖਸ਼ਿਸ਼ ਰਹਿਮਤ ਕਰਨ ਜੀ। ਆਓ ਸ਼ਬਦ ਵਿਚਾਰ ਆਰੰਭ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੌੜੀ ਮਹੱਲਾ ਪੰਜਵਾਂ। ਗੁਰ ਕੇ ਚਰਨ ਉਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ। ਗੁਰੂ ਕੇ ਚਰਨਾਂ ਦੇ ਉੱਪਰ ਮੇਰਾ ਮਸਤਕ ਝੁਕ ਗਿਆ। मेरे माथे ऊपर गुरु के चरण, गुरु के चरण ऊपर मेरा माथे। ये गल ध्यान च रखियो जदों सतगुरु शरीरक रूप विच सन अनेक संगतां सतगुरां दे पावन चरनां ते अपना मस्तक रखदियां सन। जदों गुरु शब्द रूप विच साडे सामने आए अज गुरु के शब्द वो साडे लई चरण ने। हिरदै चरण शब्द सतगुर को नानक बांधियो पाल। जिन्हां ने गुरु के शब्द नूं पल्ले बन लिया समझ लेना उन्हां दे मस्तक विच गुरु दे चरण आके समो गए। मैं बेनती करां इस मस्तक विच पता नहीं की कुछ भरिया होया, कितना कूड़ कुबाड़ा इकट्ठा किया है, कितनियां संसारिक सोचां नाल भरिया पिया है। इस मस्तक विचों पता नहीं की कुछ औगण विकारां दी बिरती पे निकलती है। इस मस्तक दी सोचनी चो पता नहीं कितना संसारिक विचारां दा अनेक जाल पसरिया पिया है। पर दाते दी रहमत हो गई असी गुरु के शब्द जो चरण रूप सन उन्हां ते आके अपना आपा हिरदा ऐसा झुका दिता। वो मस्तक मैं बेनती करा किसी होर संसारिक संबंध विच नहीं है। एक विचार ये भी साझी कर लवां, गुरु के सिख दा मस्तक एवें किसी घटिया थां ते नहीं झुकदा। गुरु के सिख दा मस्तक किसी कबर दा पुजारी बन के उथे नहीं झुकदा। गुरु के सिख दा मस्तक किसी पखंड ते नहीं झुकदा। गुरु के सिख दा मस्तक अपने गुरु दे चरनां ते झुकदा है। आते हकीकत ये है इस मस्तक विच मेरे पातशाह जी दी रहमत हो जाए। संतो सुनो सुनो जन भाई गुर काढ़ी बांह कुकीजै। ऐ संत जनों बंदगी वाले हो, ऐ गुरु के सिखो, ऐ गुरु के जन सेवको एक गल सुनो। संतो सुनो सुनो जन भाई गुर काढ़ी बांह कूकीजै। गुरु उची बांह करके कूक के कहंदे ने, होका दे के कहंदे ने। की गल कहंदे ने? संतो सुनो सुनो जन भाई गुर काढ़ी बांह कुकीजै। जे आत्म को सुख सुख नित लोड़ो तां सतगुर शरण पवीजै। गुरु कूक के कहंदे ने जे तुसी सुख लोचदे हो तो गुरु दी शरण विच पै के अपना आपा गुरु दी भेंट कर देना।
आत्मिक सुख मिल जाएगा। जे आत्मिक सुख नित नित लोड़ो। मैं एक बेनती करा, हर रोज़ सुख चाहिए। ये नहीं है भी अज सुख आ जाए बाकी सारा समा दुखों विच बीत जाए, नहीं, मालिक रहमत करते ने। वो नित दा सुख मिलता है, हर रोज़ दा सुख मिलता है जेड़े हर रोज़ गुरु के शब्द नाल जुड़ते, जेड़े हर रोज़ अमृत वेला नितनेम संभाल के जो धन गुरु ग्रंथ साहिब जी की संगत करके बाणी का सहज पाठ, बाणी की कथा विचार, बाणी के कीर्तन विच जुड़ जाते हैं। साहब कहते ने उन्हों के जीवन विच कदी दुख नहीं आता। इस करके मेरे साहब कहते ने गुरचरण सरेवत दुख गया, गुरचरण सरेवत दुख गया, पार ब्रह्म प्रभ करी माया। मेरे परमेश्वर ने कृपा कर दी, गुरु दे चरण सरेवंदियां मेरा दुख चला गया। मैं छोटी जी की बेनती कर लगा, गल थोड़ी ध्यान च रखियो। जदों असी गुरु दे चरना बाबत धन गुरु ग्रंथ साहिब चों व्याख्या पढ़ लेंदे आ, फिर कुछ होर खोज करन दी लोड़ नहीं रह जाती। हिरदै चरण शब्द सतगुर को ध्यान दियो, जो सतगुरु दे चरण हिरदे विच वसाने ने ते गुरु दा शब्द अंदर दी सुरत विच वस गया। हिरदै चरण शब्द सतगुर को नानक बांधियो पाल, पल्ले बन लिया गुरु का शब्द, गुरु दा उपदेश, गुरु दा दिता नाम। हुण अंदर दी सुरत दे पल्ले चों नाम खुंजदा नहीं, अंदरों सुरत चो नाम गवाचदा नहीं, अंदर दे ध्यान चो मूल मंत्र कदी भुलदा नहीं, अंदर दे ध्यान चो धन गुरु ग्रंथ साहिब महाराज जी दी वो पावन शरदा विच रत्ती पार हुण तरेड़ नहीं आउंदी। ते मेरे पातशाह कहंदे ने इस ढंग नाल जिन्हां ने अपने मस्तक ते गुरु दे चरण रख लए, ये समझ लेना उन्हां दे सारे दुख चले गए। एक गल ध्यान च रख लेना, जिथे नाम है उथे दुख नहीं, जिथे दुख है उथे अजे नाम की बरकत नहीं मिली। इस करके ये सर्ब रोग का औहद नाम, कल्याण रूप, मंगल गुणगाम गुरु के सिख ने वाहिगुरु शब्द विच अपनी सुरत टिका लिया। ऐसी रहमत ते बख्शिश हो गई भी सारे दुख गुरु की बख्शिश नाल चले गए। सतगुर अपने को कुर्बानी, आत्म चीन परम रंग मानी। अपने सतगुरु जी तो मैं कुर्बान जाता। सतगुरु जो सदीवी कायम रहन वाले गुरु, सत दे अर्थ ने जो आद सच, जुगाद सच, है भी सच, नानक होसी भी सच, जो भूत भविष्यत वर्तमान तिन्ना कालों विच एक रस रहे, वो है सत की व्याख्या। ते जो गुरु ने मैं बेनती करा, ओने आद अंत एक है अवतारा, सोई गुरु समझियो हमारा। ओ सतगुरु ने कह सकते हाँ जो जुगो जुग अटल सतगुरु ने। मेरे साहब कहते ने सतगुर अपने को कुर्बानी, मैं अपने सतगुरु तो कुर्बान जावां, बलहार जावां, सदके जावां, जिन्हां ने भुली भटकी सुरत नूं टिकाव विच लै जांदा। जिस सतगुरु जी ने भटकना तो बचा लिया, जिस सतगुरु जी ने मेरे जीवन का अंधेरा दूर कर दिता, जिस सतगुरु जी ने मेरे जीवन विच ऐसी शान भर दी एक कृपालता बख्शिश का राह खोल दिता ते ये समझा दिता, भलिया एक छिन मात्र भी टिक के अंदर वाहिगुरु कह लेवेगा ते किनका एक जिस जी बसावै ताकि महिमा गनी ना आवे। गुरु समझाया ऐ भलिया अपने आपे दी खोज कर, सतगुर अपने को कुर्बानी, आत्म चीन परम रंग मानी। उन्होंने आत्म चीनन की विधि दे दी। मैं एक बेनती करते हैं, अज असी आत्म चीन वाल शायद कदम किन्ना को उठाया, जरूर झात मारियो। तो आत्म चीन के अर्थ ने अपने आप नूं परखना, अपने आप नूं पहचानना। आत्म चीन परम रंग मानी,
मैं बेनती करदे हाँ, आत्म मैं राम, मेरे अपने आपे विच कौन है? राम। रमिया होया वाहिगुरु मेरे च है। आत्म मैं राम, राम मैं है आत्म। चीनस गुर विचारा, ऐ भलिया तू इसनू चीन, परख अनुभव कर, ध्यान विच लिया के जान भी जो मेरे अपने आपे विच है वही राम वाहिगुरु है, ते वाहिगुरु विच मेरा अपना आपा टिकिया। एक बुलबुला पानी विच बनिया, जल तरंग और फेन बुदबुदा, जल ते भिन्न ना होई। बुलबुला पानी विच है ते बुलबुले विच पानी है। मैं बेनती कर दिया, अपना आपा वाहिगुरु जी की कृपा करके है, उस दी शक्ति करके ये शरीर है, उस वाहिगुरु का सरगुण स्वरूप शरीर है। और सच ये है, इस शरीर की होंद वाहिगुरु करके, ते जिस दिन उस वाहिगुरु नू अनुभव कर लिया, फिर मैं बेनती कर दिया, फिर आत्मा परात्मा एको करे। यह है आत्म चीन, आत्मा परात्मा मेरा अपना आपा, ते जिहनूं पर आत्मा कहंदे हाँ, होर शरीरां विच वसदा आत्मा, उस विच कोई फर्क नहीं। आत्मा परात्मा एको करे, अंतर की दुविधा अंतर मरै। वो जिहड़ी दुविधा पै गई, ये शरीर होर, ये शरीर होर। मैं बेनती करां, जदों शरीरां दी गल करांगे, शरीर सारे एक नहीं, हर एक दा रंग रूप वखरा, जात बरादरी वखरी, हर एक दा चेन चक्कर वखरा, हर एक दी सोचनी वखरी, पर जेड़े शरीर दे अंदर शक्ति कम करदी, वो सारियां दे अंदर एक है। मेरे पातशाह जी ने सानू जदों गुरु तेग बहादुर जी दे बोला राही समझाया, काहे रे बन खोजन जाई, सर्ब निवासी सदा अलेपा, तो ही संग समाई, पोहक मद ज्यों बास बस्त है, मुकर माहे जैसे छाई, तैसे ही हर बसे निरंतर, घट ही खोजो पाई, बाहर भीतर एको जानो, ए गुर ज्ञान बताई, जन नानक बिन आपा चीनै, मिटै ना भरम की काई। जिन्ना चिर आपा चीने नहीं, आत्म चीने नहीं, उन्ना चिर ये भरम भुलेखा पिया ही रहिंदा है। अपना मैं बेनती करा, शरीरक रूप एक दिन बच्चा सी, बचपन चो गुजरिया, मैं बेनती करा मुड़ जवानी आई, उस तो बाद बुढ़ापे भी चला गया। जिस दिन बच्चा सी कहंदा मैं बच्चा हाँ, जिस दिन जवानी आई कहंदा मैं जवान हाँ, जिस दिन बुढ़ापा आया कहंदा मैं बुढ़ा हाँ। मैं बेनती करा, शरीर बच्चा है, शरीर जवान, ये शरीर बुढ़ा है, पर अंदर दी आत्मक अवस्था ते ना बचपना, ना जवानी, ना बुढ़ापा आया, ना इहो बूढ़ा, ना इहो बाला, ना इस दुख नहीं जम जाला, ना इहो बिनसै, ना इहो जाए, आद जुगादी रिहा समाए, ना इस उष्ण नहीं इस सीत। एक गल ध्यान च रखियो, जिसनों उष्ण सीत लगदी, गर्मी सर्दी लगदी, वो शरीर है। जो अंदर दी आत्मक जोत है, ना उसनों गर्मी लगदी ना सर्दी, ना इस उष्ण नहीं इस शीत, ना इस दुश्मन ना इस मीत। मैं एक बेनती करा, ना इस बाप नहीं इस माया, इहो अपरंपर होता आया, पाप पुण्य का इस लेप न लागै, घट घट अंतर सद ही जागै। धन गुरु ग्रंथ साहब महाराज दे बोल कहंदे ने, शरीर दी माँ है, इसदा बाप है, पर अंदर दी आत्मक जोत दी ना कोई माँ है ते ना कोई बाप है। उस अवस्था विच जिस दिन अपने आपे नूं शरीर दी अवस्था तो भिन्न जानिया, फिर सदा अलग रह निर्वाण, सो पंडित दरगाह प्रवान। रहना शरीर विच, पर गल शरीर दी नहीं करनी, गल अंदर आत्मक अवस्था दी अनुभव करदियां करदियां इस शरीर वाल झात मारनी भी। बाल जवानी और बिरध फुन तीन अवस्था जान, कहो नानक हर भजन बिन बिरथा सब ही मान। बचपन विच बच्चे वालियां गल्लां रह गईयां, कदी
ਧਰੂ ਪ੍ਰਹਿਲਾਦ ਦੇ ਬਚਪਨ ਵੱਲ ਝਾਤ ਮਾਰਿਓ। ਬਚਪਨ ਵਿੱਚ ਜੀਵਨ ਸੀ ਪਰ ਬੱਚਿਆਂ ਵਾਲੀ ਗੱਲ ਨਹੀਂ, ਅੰਦਰ ਬੁਢਾਪੇ ਦੀ ਅਵਸਥਾ ਵਾਲੀ ਗੱਲ। ਧੰਨ ਬਾਬਾ ਬੁੱਢਾ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਰਨ ਵਿੱਚ 12 ਸਾਲ ਦੀ ਉਮਰ ਵਿੱਚ ਆਉਂਦੇ ਨੇ, ਪਰ ਹਕੀਕਤ ਇਹ ਹੈ ਉਮਰ ਹੈ ਬੱਚੇ ਵਾਲੀ, ਪਰ ਗੱਲ ਬੁੱਢਿਆਂ ਵਾਲੀ ਕੀਤੀ। ਜਦੋਂ ਕਹਿ ਦਿੱਤਾ ਮੈਨੂੰ ਕਾਲ ਤੋਂ, ਮੈਨੂੰ ਮੌਤ ਤੋਂ ਡਰ ਲੱਗਾ, ਜਦੋਂ ਮੈਂ ਦੇਖਿਆ ਸਾਡੇ ਬਾਹਰ ਪਿੰਡ ਦੇ ਖੇਤਾਂ ਵਿੱਚ ਬਾਹਰ ਆਈ ਮੁਗਲਾਂ ਦੀ ਘੋੜੇ ਲੈ ਕੇ ਫੌਜ ਨੇ, ਇਹ ਆਪਣੇ ਘੋੜਿਆਂ ਨੂੰ ਘਾਹ ਪਾਉਣ ਵਾਸਤੇ ਕੱਚੀ ਪੱਕੀ ਸਾਰੇ ਖੇਤਾਂ ਦੀ ਫਸਲ ਵੱਢ ਕੇ ਘੋੜਿਆਂ ਅੱਗੇ ਪਾ ਦਿੱਤੀ। ਮੇਰਾ ਦਿਲ ਕੰਬਿਆ, ਮਨਾ ਇੱਧਰ ਕੱਚੀ ਪੱਕੀ ਸਾਰੀ ਵੱਢੀ ਗਈ। ਇਹ ਕੀ ਪਤਾ ਕੱਲ ਨੂੰ ਕਾਲ ਦੀ ਦਾਤਰੀ ਚੱਲੇ ਤੇ ਕੱਚੇ ਪੱਕੇ ਜਵਾਨੀ ਤੇ ਬਚਪਨ ਵਾਲੇ ਕਦੋਂ ਤੁਰ ਜਾਣ। ਤੇ ਇੱਕ ਦਿਨ ਮਾਂ ਕਹਿੰਦੀ ਮੈਂ ਠੀਕ ਨਹੀਂ ਆ, ਅੱਗ ਬਾਲ। ਮੈਂ ਅੱਗ ਬਾਲਣ ਲੱਗਾ, ਛੋਟੀਆਂ ਛੋਟੀਆਂ ਲੱਕੜਾਂ ਨੂੰ ਅੱਗ ਪਹਿਲਾਂ ਲੱਗ ਗਈ, ਵੱਡੀਆਂ ਵੱਡੀਆਂ ਬਾਅਦ ਵਿੱਚ ਸੜੀਆਂ। ਮਹਾਰਾਜ ਡਰ ਲੱਗਾ, ਪਤਾ ਨਹੀਂ ਕਦੋਂ ਕਾਲ ਨੇ ਆ ਦਸਤਕ ਦੇਣੀ ਤੇ ਸਰੀਰ ਲੈ ਜਾਣਾ। ਮੇਰੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਸੀ ਤੂੰ ਤੇ ਬੁੱਢਾ ਹੈ, ਤੂੰ ਤੇ ਬੁੱਢਿਆਂ ਵਾਲੀਆਂ ਗੱਲਾਂ ਕਰਦਾ। ਇਹ ਹਕੀਕਤ ਹੈ ਅੰਦਰ ਦੇ ਸਰੀਰਕ ਸੰਬੰਧ ਤੋਂ ਉੱਪਰ ਉੱਠ ਕੇ ਜਦੋਂ ਅੰਦਰ ਦੇ ਆਪੇ ਨੂੰ ਪਰਖਿਆ। ਮੈਂ ਬੇਨਤੀ ਕਰਾਂ ਉਸ ਸਮੇਂ ਪਤਾ ਚੱਲਿਆ ਇੱਕ ਦਿਨ ਸਰੀਰ ਚਲਾ ਜਾਣਾ ਹੈ, ਇੱਕ ਦਿਨ ਦੇਹ ਨੇ ਬਿਨਸ ਜਾਣਾ ਹੈ, ਪਰ ਭਲਿਆ ਸਰੀਰ ਦੇ ਹੁੰਦਿਆਂ ਸਰੀਰ ਦੇ ਮਾਲਕ ਨਾਲ ਗੱਲ ਹੋ ਜਾਏ ਤੇ ਸਮਝ ਲੈਣਾ ਆਤਮ ਚੀਨ ਪਰਮ ਰੰਗ ਮਾਨੀ ਆਪਣਾ ਆਪਾਂ ਅਨੁਭਵ ਵਿੱਚ ਲਿਆਂਦਾ। ਅੰਦਰ ਹੈ ਵਾਹਿਗੁਰੂ, ਸੁਰਤ ਵੀ ਬੋਲੀ ਵਾਹਿਗੁਰੂ। ਉਹ ਵਾਹਿਗੁਰੂ ਵਾਹਿਗੁਰੂ ਜਪਦਿਆਂ ਵਾਹਿਗੁਰੂ ਵਿੱਚ ਇੱਕ ਮਿਕਤਾ ਬਣ ਗਈ। ਮੈਂ ਬੇਨਤੀ ਕਰਾਂ ਅੱਜ ਚਾਹੁੰਦੇ ਹਾਂ ਪਰਮ ਰੰਗ ਬਣ ਜਾਏ, ਪਰਮ ਆਨੰਦ ਬਣ ਜਾਏ, ਜ਼ਿੰਦਗੀ ਦੀਆਂ ਖੁਸ਼ੀਆਂ ਬਣ ਜਾਣ। ਪਰ ਭਲਿਆ ਤੂੰ ਦੁਨੀਆ ਦੀਆਂ ਖੁਸ਼ੀਆਂ ਵਿੱਚ ਅਸਲੀ ਖੁਸ਼ੀ ਨੂੰ ਪ੍ਰਾਪਤ ਕਰਨਾ ਭੁੱਲ ਨਾ ਜਾਈ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਾਂ, ਅੱਜ ਰੰਗ ਮੰਨ ਲਿਆ ਪਿਆਰਿਆ, ਜਾ ਜੋਬਰ ਨੋ ਹੁੱਲਾ, ਦਿਨ ਥੋੜੜੇ ਥੱਕੇ ਪਿਆ ਪੁਰਾਣਾ ਚੋਲਾ। ਤੂੰ ਜਿਹੜੇ ਦੁਨੀਆ ਦੇ ਰੰਗ ਪਿਆ ਮੰਨਦਾ, ਆਹਾ ਆਹਾ ਪਿਆ ਕਰਦਾ, ਰੇ ਮਨ ਕਿਆ ਕਰ ਹੈ ਹਾਹਾ, ਰੇ ਮਨ ਕਿਆ ਕਰ ਹੈ ਹਾਹਾ। ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ, ਇੱਕ ਰਾਮ ਭਜਨ ਲੈ ਲਾਹਾ। ਐ ਮਨ ਤੂੰ ਆਹਾ ਆਹਾ ਕਰਦਿਆਂ ਤੂੰ ਦੁਨੀਆ ਦੀਆਂ ਖੁਸ਼ੀਆਂ ਵਿੱਚ ਬਦਮਸਤ ਹੋ ਕੇ ਜ਼ਿੰਦਗੀ ਬਤੀਤ ਕਰਦਿਆਂ ਅਸਲੀ ਖੁਸ਼ੀ ਲੈਣੀ ਭੁੱਲ ਗਿਆ। ਉਹ ਖੁਸ਼ੀ ਦੁਨੀਆ 'ਚੋਂ ਨਹੀਂ ਮਿਲਣੀ, ਉਹ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਉਹ ਹੈ ਸਤ ਖੁਸ਼ੀਆਂ ਸਦਾ ਰੰਗ ਮਾਨੇ, ਨੌਨਿਦ ਨਾਮ ਗ੍ਰਹਿ ਮੈਂ ਤ੍ਰਿਪਤਾਨੇ। ਉਹ ਸੱਚ ਸੀ ਵੀ ਵਾਹਿਗੁਰੂ ਜੀ ਦੇ ਘਰ ਵਿੱਚ ਆ ਕੇ ਸਿਮਰਨ ਭਰੀ ਅਵਸਥਾ ਵਿੱਚ ਟਿਕ ਕੇ ਆਪਣਾ ਆਪਾ ਇੱਕ ਪਰਮ ਆਨੰਦ ਵਿੱਚ ਭਰ ਗਿਆ। ਮੈਂ ਬੇਨਤੀ ਕਰ ਲੱਗਾ ਧਿਆਨ ਦਿਓ, ਪੇਟ ਨੇ ਰੱਜ ਕੇ ਭੋਜਨ ਵੀ ਨਾ ਖਾਧਾ ਹੋਵੇ, ਕੋਈ ਐਸਾ ਸਮਾਂ ਵੀ ਆ ਜਾਏ ਅੰਦਰ ਭੁੱਖ ਹੋਵੇ ਤਾਂ ਵੀ ਮਾਲਕ ਹੀ ਚੇਤੇ ਆ ਰਹੇ। ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਇਹ ਹਕੀਕਤ ਹੈ। ਸੰਸਾਰ ਵਿੱਚ ਲੋਕ ਦੁਨੀਆ ਦੇ ਅਨੰਤ ਸੁੱਖ ਭੋਗਦਿਆਂ ਵੀ ਹਾਏ ਹਾਏ ਸੋਗ ਤੇ ਚਿੰਤਾ ਵਿੱਚ ਗਰਸੇ ਪਏ ਨੇ। ਪਰ ਕੋਈ ਗੁਰੂ ਕਾ ਸਿੱਖ ਐਸਾ ਹੈ ਜੇ ਬਹੁਤ ਕੁਝ ਹੈ ਕੋਲ ਤਦ ਵੀ ਆਤਮਕ ਆਨੰਦ ਵਿੱਚ ਨੇ, ਜੇ ਕੁਝ ਵੀ ਨਹੀਂ ਹੈ ਕੋਲ ਤੇ ਤਦ ਵੀ ਆਤਮਕ ਆਨੰਦ ਵਿੱਚ ਵਾਹਿਗੁਰੂ ਦੀ ਰਜ਼ਾ ਵਿੱਚ ਰਹਿ ਕੇ ਆਨੰਦਿਤ ਜ਼ਿੰਦਗੀ ਬਤੀਤ ਪੈ ਕਰਦੇ ਨੇ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਆਤਮ ਚੀਨ ਪਰਮ ਰੰਗ ਮਾਨੀ ਰਹਾਓ, ਚਰਨ ਰੇਨ ਗੁਰ ਕੀ ਮੁਖ ਲਾਗੀ, ਅਹੰਗ ਬੁੱਧ ਤਿੰਨ ਸਗਲ ਤਿਆਗੀ। ਗੁਰੂ ਦੇ ਚਰਨਾਂ ਦੀ ਰੇਨ ਚਰਨ ਧੂੜ ਉਹ ਮੇਰੇ ਮੁਖ 'ਤੇ ਲੱਗੀ ਤੇ ਉਸ ਨਾਲ ਮੇਰਾ ਆਪਾ ਮਾਂਜਿਆ ਗਿਆ। ਮੈਂ ਬੇਨਤੀ ਕਰ ਲੱਗਾ, ਗੱਲ ਥੋੜ੍ਹੀ ਧਿਆਨ 'ਚ ਰੱਖਿਓ। ਅਹੰਗ ਬੁੱਧ ਮਨ ਪੂਰ ਥਿੰਦਾਈ, ਸਾਧ ਧੂਰ ਕਰ ਸੁਧ ਮੰਜਾਈ। ਮੇਰੇ ਪਾਤਸ਼ਾਹ ਕਹਿੰਦੇ ਨੇ
ਜਿਵੇਂ ਕੋਈ ਬਰਤਨ ਬਹੁਤ ਥਿੰਦਾ ਹੋ ਜਾਂਦਾ, ਘਿਓ ਆਦਿਕ ਨਾਲ, ਤੇਲ ਆਦਿਕ ਨਾਲ, ਉਹ ਥਿੰਦੇ ਹੋਏ ਬਰਤਨ ਨੂੰ ਅਕੇਲਾ ਪਾਣੀ ਨਾਲ ਧੋਈਏ, ਮੈਂ ਬੇਨਤੀ ਕਰਾਂ ਸਾਫ਼ ਨਹੀਂ ਹੁੰਦਾ। ਉਸ ਵਿੱਚ ਜਦੋਂ ਗਰਮ ਗਰਮ ਸਵਾਹ ਪਾਈ ਜਾਏ, ਜਦੋਂ ਗਰਮ ਗਰਮ ਰੇਤ ਪਾਈ ਜਾਏ, ਤੇ ਉਹ ਬਰਤਨ ਜਿਵੇਂ ਮਾਂਜਿਆ ਜਾਂਦਾ। ਤੇ ਵੇ ਸਤਿਗੁਰੂ ਕਹਿੰਦੇ ਤੇਰੇ ਅੰਦਰ ਹੰਗ ਬੁੱਧੀ ਦੀ ਥੰਧਾਈ ਲੱਗੀ ਹੋਈ ਹੈ। ਇਹ ਇਤਨੀ ਅੰਦਰ ਹਉਮੈ ਨੇ, ਹੰਗ ਬੁੱਧੀ ਨੇ ਜਕੜਿਆ ਹੋਇਆ ਹੈ ਆਪਣਾ ਆਪਾ, ਇਹ ਤੇਰੇ ਅੰਦਰੋਂ ਕਦੀ ਸਾਫ਼ ਨਹੀਂ ਹੁੰਦਾ। ਜਿਸ ਦਿਨ ਗੁਰੂ ਦੇ ਚਰਨਾਂ ਵਿੱਚ ਆਏ, ਸ਼ਬਦ ਦੀ ਉਹ ਧੂੜ ਅੰਦਰ ਦੀ ਸੁਰਤ ਵਿੱਚ ਬਿਠਾ ਲਈ, ਮੈਂ ਬੇਨਤੀ ਕਰਾਂ ਉਸ ਦਿਨ ਆਪਣਾ ਆਪਾ ਬੋਲ ਉਠਿਆ, ਮੈਂ ਨਹੀਂ ਕਛ ਹੋਂ ਨਹੀਂ ਕਿਛ ਆਹੇ ਨ ਮੋਰਾ। ਫਿਰ ਅੰਦਰਲੇ ਆਪੇ ਵਿੱਚੋਂ ਹਿਰਦਾ ਬੋਲਿਆ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਦੁਨੀਆ ਦੇ ਕੰਮ ਕਰਦਿਆਂ ਵੀ ਕਹਿੰਦਾ ਮਾਲਕ ਤੇਰੀ ਕਿਰਪਾ, ਅਨੇਕ ਸੁੱਖ ਸੰਪਦਾ ਜੋ ਪ੍ਰਾਪਤ ਕੀਤੀਆਂ, ਕਹਿੰਦਾ ਦਾਤਾ ਤੇਰੀ ਕਿਰਪਾ। ਅੱਜ ਜੇ ਮੇਰੇ ਕੋਲ ਕਰੋੜਾਂ ਅਰਬਾਂ ਖਰਬਾਂ ਦੀ ਵੀ ਧਨ ਸੰਪਦਾ ਆ ਗਈ, ਮੈਂ ਬੇਨਤੀ ਕਰਾਂ ਇਹ ਨਹੀਂ ਕਹਿੰਦਾ ਵੀ ਮੈਂ ਕਰੋੜਪਤੀ, ਇਹ ਕਹਿੰਦਾ ਮਾਲਕ ਤੇਰੀ ਕਿਰਪਾ ਨਾਲ ਇਹ ਅਨੰਤ ਦਾਤਾਂ ਮੇਰੀ ਝੋਲੀ ਵਿੱਚ ਪਈਆਂ। ਮਾਲਕ ਤੂੰ ਹੈ, ਮੈਂ ਤਾਂ ਤੇਰੀ ਦਿੱਤੀ ਦਾਤ ਦਾ ਸੇਵਕ ਹਾਂ। ਬਸ ਉਸ ਅਵਸਥਾ ਵਿੱਚ ਅੰਦਰ ਦਾ ਆਪਾ ਵੱਡੀਆਂ ਤੋਂ ਵੱਡੀਆਂ ਸੇਵਾਵਾਂ ਨਿਭਾਉਂਦਿਆਂ ਵੀ ਵਿਸ਼ਲੇਸ਼ਣ ਨਹੀਂ ਕਰਦਾ ਵੀ ਇਹ ਸੇਵਾ ਮੈਂ ਕੀਤੀ ਹੈ। ਕਹਿੰਦਾ ਮਾਲਕ ਤੇਰੀ ਸੇਵਾ ਤੁਝ ਤੇ ਹੋਵੇ ਔਰ ਨਾ ਦੂਜਾ ਕਰਤਾ। ਜੇ ਅੰਮ੍ਰਿਤ ਵੇਲਾ ਸੰਭਾਲਿਆ, ਨਿਤਨੇਮ ਕੀਤਾ, ਮਗਰੋਂ ਬੁੱਧੀ ਨੇ ਵਿਸ਼ਲੇਸ਼ਣ ਨਹੀਂ ਕੀਤਾ ਵੀ ਮੈਂ ਜਾਗਿਆ, ਮੈਂ ਅੰਮ੍ਰਿਤ ਵੇਲੇ ਉੱਠਿਆ, ਉਹ ਕਹਿੰਦਾ ਮਾਲਕ ਤੇਰੀ ਕਿਰਪਾ ਨਾਲ ਉਦਮ ਮਿਲਿਆ, ਸ਼ਕਤੀ ਅੰਦਰ ਤੇਰੀ ਵਰਤੀ, ਮਤ ਅੰਦਰ ਤੁਸਾਂ ਦਿੱਤੀ, ਉਦਮ ਸ਼ਕਤ ਸਿਆਣਪ ਤੁਮਰੀ ਦੇ ਤਾਂ ਨਾਮ ਵਖਾਣੀ। ਜੇ ਇਹ ਤਿੰਨ ਦਾਤਾਂ ਨਾ ਦਿੰਦਾ, ਮੈਨੂੰ ਉਦਮ ਨਾ ਦਿੰਦਾ, ਮੈਨੂੰ ਸਰੀਰਕ ਸ਼ਕਤੀ ਨਾ ਦਿੰਦਾ, ਮੈਨੂੰ ਅਕਲ ਦੀ ਸਿਆਣਪ ਨਾ ਦਿੰਦਾ, ਮੈਂ ਕਿੱਥੇ ਨਾਮ ਸਿਮਰਨ ਕਰਨਾ ਸੀ। ਮੈਂ ਬੇਨਤੀ ਕਰਾਂ ਸਿਮਰਨ ਕਰਨ ਲਈ ਤੇ ਤਿੰਨਾਂ ਚੋਂ ਇੱਕ ਨਾ ਹੋਵੇ ਤੇ ਸਿਮਰਨ ਨਹੀਂ ਕੀਤਾ ਜਾ ਸਕਦਾ। ਧਿਆਨ ਦਿਓ, ਜੇ ਅੰਦਰ ਉਦਮ ਤੇ ਬਹੁਤ ਹੋਵੇ, ਸਰੀਰਕ ਸ਼ਕਤੀ ਵੀ ਬਹੁਤ ਸਾਥ ਹੋਵੇ, ਪਰ ਅਕਲ ਦੀ ਸਿਆਣਪ ਨਾ ਹੋਵੇ ਵੀ ਸਿਮਰਨ ਕਰਨਾ ਚਾਹੀਦਾ, ਉਹ ਬੰਦੇ ਮੈਂ ਬੇਨਤੀ ਕਰਾਂ ਆਪਣਾ ਉਦਮ ਤੇ ਸ਼ਕਤੀ ਕਿਸੇ ਹੋਰ ਪਾਸੇ ਵਰਤਦੇ ਨੇ। ਅਗਰ ਸਿਆਣਪ ਬੜੀ ਏ ਵੀ ਸਿਮਰਨ ਕਰਨਾ ਚਾਹੀਦਾ, ਪਰ ਸਰੀਰਕ ਸ਼ਕਤੀ ਨਾ ਹੋਵੇ, ਮੈਂ ਬੇਨਤੀ ਕਰਾਂ ਨੈਣੋ ਨੀਰ ਬਹਿ ਤਨ ਖੀਨਾ ਪਏ ਕੇਸ ਦੁਧਵਾਨੀ, ਰੁੱਧਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰਾਂ ਪੜਾਨੀ। ਉਸ ਅਵਸਥਾ ਵਿੱਚ ਵੀ ਸਿਮਰਨ ਵਿੱਚ ਨਹੀਂ ਬੈਠਾ ਜਾ ਸਕਦਾ। ਅਗਰ ਉਦਮ ਨਾ ਹੋਵੇ, ਸਿਆਣਪ ਹੈ, ਸਰੀਰਕ ਸ਼ਕਤੀ ਹੈ, ਪਰ ਅੰਮ੍ਰਿਤ ਵੇਲੇ ਜਾਗਣ ਤੋਂ ਆਲਸ ਕਰ ਲਵੇ, ਸਤਸੰਗਤ ਵਿੱਚ ਆਮਨ ਤੋਂ ਆਲਸ ਕਰ ਲਏ, ਬੜੇ ਲੋਕ ਐਸੇ ਨੇ। ਸ਼ਕਤੀ ਹੈ ਸਰੀਰਕ, ਮੈਂ ਬੇਨਤੀ ਕਰਾਂ ਅੰਦਰ ਅਕਲ ਵੀ ਹੈ ਪਰ ਉਦਮ ਨਹੀਂ ਹੈ, ਉਹ ਵੀ ਸਿਮਰਨ ਨਹੀਂ ਕਰ ਸਕਦੇ। ਇਸੇ ਲਈ ਮੇਰੇ ਪਾਤਸ਼ਾਹ ਕਹਿੰਦੇ ਨੇ ਇਹ ਤਿੰਨੇ ਦਾਤਾਂ ਕੋਲ ਹੋਵਣ ਤਾਂ ਜਾ ਕੇ ਨਾਮ ਵਖਾਣਿਆ ਜਾਂਦਾ ਹੈ। ਪਰ ਮਾਲਕ ਤਿੰਨੇ ਦਾਤਾਂ ਦੇਣ ਵਾਲੇ ਤੁਸੀਂ ਹੋ। ਮੈਂ ਆਪੂ ਨਾ ਉਦਮੀ ਬਣ ਸਕਦਾ, ਨਾ ਸ਼ਕਤੀ ਪੈਦਾ ਕਰ ਸਕਦਾ, ਨਾ ਅਕਲ ਦੀ ਸਿਆਣਪ ਪੈਦਾ ਕਰ ਸਕਦਾ। ਉਦਮ ਸ਼ਕਤ ਸਿਆਣਪ ਤੁਮਰੀ ਦੇ ਤਾਂ ਨਾਮ ਵਖਾਣੀ, ਇਹ ਹਕੀਕਤ ਹੈ। ਐਸੀ ਅਵਸਥਾ ਵਿੱਚ ਫਿਰ ਅੰਦਰ ਅੰਮ੍ਰਿਤ ਵੇਲੇ ਜਾਗ ਕੇ ਵਾਹਿਗੁਰੂ ਵਾਹਿਗੁਰੂ ਜਪ ਕੇ ਵਿਸ਼ਲੇਸ਼ਣ ਨਹੀਂ ਕਰਦਾ ਕਿ ਮੈਂ ਸਿਮਰਨ ਕੀਤਾ, ਮੈਂ ਅੰਮ੍ਰਿਤ ਵੇਲੇ ਜਾਗਿਆ, ਮੈਂ ਨਿਤਨੇਮ ਕੀਨਾ। ਨਹੀਂ, ਜੋ ਜਾਣੈ ਹਉ ਭਗਤ ਗਿਆਨੀ, ਆਗੈ ਠਾਕੁਰ
तिल नहीं मानी, जो जाने मैं कथनी करता, व्यापारी बसदा जो फिरता, साध संग जय हो मैं मारी, नानक ताको मिले मुरारी। ओ है गुरु चरना विच आए, चरण रेन गुर की मुख लागी, अहंग बुद्ध तिन सगल त्यागी। गुरु बार बार समझाया, भलिया तू अपने आप नू पूरा ना समझ। मैं बेनती करा, हो मैं अंदर सब को शेरों घट ना किने कहाया। भाई गुरदास साहब जी की कहते ने, सारे शेर बांधे ने, शेर मतलब किलो बांधे ने अपने आप नू, यानी सारे पूरा ही कहते ने, सबको पूरा आपे होवे, घट ना कोई आखै। पत परवाना पिछे पाइया तां नानक तोलिया जाफै। ये तोलिया पता चलता है। मैं एक बेनती करा, होवे गुरु का सिख, ते जदों गुरु के शब्द दी कसौटी पिछे पा के तोलिया जाए ते सिख वाले जीवन च बड़ियां घाटां निकलन। बाहर लिखिया होवे 1 केजी 1 किलो, ते जदों उसनूं तोलीए ते निकले घट, ते की आखांगे लेबल कुछ होर लगा है, इस दी असलीयत कुछ होर निकली है। मैं बेनती करा, बाहरों भगत सदाए, बाहरों अतीत सदाए, अतीत सदाए, माया का माता मन नहीं प्रीत, मुखों का नाता। साहब कहते ने, अगर जीवन विच वाहिगुरु दे सिमरन वाला जीवन पूरा ना बने तो फिर नज़र आउंदा बाहरों कुछ होर ते अंदरों कुछ होर। पर जदों गुरु के शब्द की बरकत मिल गई, फिर अंदरला आपा निम्रता विच भर जाता है। हांग बुद्ध तिन सगल त्यागी। मैं एक बेनती कर लगा, पद्म विभूषण भाई साहब डॉक्टर वीर सिंह जी एक बड़ी अनुभवी गल लिखते ने। कहते ने, एक दिन सागर नदी नाल गल करदा है, नी नदिए एक गल तो सुन। सागर आखे, नी नदिए सब बूटे बूटियां पुट ले आवे, पर कदी ना इत्थे बैंत दा बूटा लिया के तू पहुँचावे। बाकी सारे बूटे तू बड़े बड़े दरखत, बड़े चील दियार दे दरखत तू पुट पुट के लै आउंदी है मेरे विच, पर कदी तू बैंत दा बूटा जो वांस किस्म दी पतली टाणी वाला, वो बैंत दा बूटा नहीं कदी तू पुट के ले आई। ते सागर कहंदी, आकड़ वाले सब बूटे पुट सुट्टां, जो झुके निवे रौ नू उथे पेश ना कोई जावे। कहन लगी, जेड़े मेरे अगे आकड़दे ने उन्हां नू मैं जड़ां खोखलियां करके पुट के लै आउंदी हां, ते जेड़े मेरे वहन अगे निव जांदे ने उथे मेरी पेश नहीं कोई जांदी। मैं बेनती करदे हां, ये हकीकत है। अगर निम्रता विच भर गया, अंदरला आपा वाहिगुरु दे चरनां नाल जुड़िया रहा, तो उस दाते दी रहमत दा एहसास करदा रहा, अंदरों हंकार चला गया। ये कह लीए उत्थे मालिक दी रहमत नाल जिंदगी भर विच कोई भी ऐसा अवसर दुख दा, मुसीबत दा, कष्ट दा नहीं आमदा। मालिक आप अपने सेवक नूं हथ दे के रख लैंदा। धन छेवें पातशाह मेरी पीरी दे मालिक सतगुरु जी दे बख्शिश रहमत दे अनेक बचन सिख संगतां सुनदियां, ते भाई चूड़ जी ने एक दिन हाथ जोड़ सवाल किया, पातशाह आप कहते हो सिक्खी दे बूटे की संभाल करो, महाराज सिक्खी दे बूटे का स्वरूप की है? तो धन गुरु हरगोबिंद साहब पातशाह कहन लगे, सिक्खी दे बूटे का स्वरूप है जिवें एक पौधे की जड़ है, उस पौधे का दूसरा रूप पत्ते ने, उस पौधे का तीसरा रूप टाहनियां ने, अते चौथा रूप फुल है, ते पंजवां रूप उसका फल है। तो वे सिक्खी दे बूटे दे भी 5 पक्ष ने। सिक्खी दे बूटे की जड़ है निम्रता। मैं बेनती करा, पहलों दे जड़ अंदर जम्मै तां उपर होवे छाओ। ये हकीकत है, जिन्नी जड़ गहरी होवेगी
उतना पौधा ऊंचाइयां नूं छोहेगा। जितनी अंदर निमरता भरी होवेगी, हंकार तो रहत होवेगा, उन्नियां दाते दियां रहमतां ते बख्शिशां नाल झोलियां भरदियां जाणगियां। सिੱਖੀ दे बूटे दी जड़ है निमरता, पत्ते ने साध संगत। मैं बेनती करा, पातशाह कहन लगे टाहनियां ने सेवा, फुल है सुरत दा शुद्ध हो जाना, ते फल है वाहिगुरू जपदियां दे तो बदेही हो जाना। अपना आपा हौं विच भर के शरीर नाल ना जुड़दियां वाहिगुरू विच एक मिगता बन जानी। यह है सिੱਖੀ दे बूटे दा फल। ते जदों अंदर निमरता भर गई, मैं बेनती करा हंकार नहीं बोलेगा, अंदर हौं नहीं बोलेगी। इस वास्ते गुरु दे चरनां दी ओ रेन मुख ते लगी, भाव गुरु का शब्द मेरी रसना ते आके रोम रोम विच वस गया। हुण अंदरों हंकार चला गया। सतगुरां समझाया, हंग तोरो मुख जोरो, गुर गुर करत मन लोरो। मैं एक अर्ज कर लगा, मनुख ने हंकार जोड़िया, मैं बेनती करा ते अपना आपा नाम नालों तोड़िया। पर जिस दिन गुरु के सिख नूं गुरु का उपदेश हिरदे विच वस गया, उस दिन हंग तोरो मुख जोरो, गुर गुर करत मन लोरो। आंगन चैना तोरो री तोरो, पंच दूतन सो संग तोरो। तेरे आंगन वेड़े हिरदे दे आंगन विच चैन ही चैन आ जाएगा। उस दिन तेरा जीवन इस माया ते औगण विकारां तो टुट जाएगा। मैं बेनती करदे हां, ऐसी अवस्था विच मालिक आप रहमत करन कि हंग बुद्ध तिन सगल त्यागी, गुर का शब्द लगो मन मीठा। हुण गुरु का शब्द मन नूं मिठा लगदा, चंगा लगदा। मिठा सो जो भावदा, सज्जन सो जे रास। मिठे दे अर्थ बाहर दी गुड़ खंड वाली मिठास वाल ना जायो। मिठे दे अर्थ ने जो मन नूं भा जाए, जो मन नूं चंगा लगे। जिवें तोता है, उस नूं मिर्चां बहुत मिठियां लगदियां है, ते कौड़ियां ने। मैं बेनती करा, पर तोते वास्ते बहुत सवादलियां ने, वो बड़े चाह नाल खांदा है। हकीकत है जो जिस नूं भा जाए वो मिठा कहा जाता है। अज गुरु के शब्द सानू भा जान, सानू चंगे लगन। सानू जपजी साहब पढ़दियां रस आए, सानू चंगा लगे। जाप साहब पढ़दियां मन चाह विच भर जाए। तप प्रसाद सवैये ते कबियो बाच बेनती दे बोल पढ़दियां रस आए, चाह विच भर जाइए। आनंद साहब पढ़िए ते आनंद ही आनंद नाल हिरदा भर जाए। समझ लेना गुर का शब्द लगो मन मीठा। पर हकीकत ये है, मेरे पातशाह जी एक गल बड़ी सुंदर कहंदे ने, माखी चंदन पर हरै जह विगंध तै जाए। मक्खी है क्योंकि कबीर पापी भगत ना भावे ही। ऐसे लोग ने, उन्होंने संगत नहीं चंगी लगती, उन्होंने बाणी का नितनेम नहीं चंगा लग। शायद हो सकता साडे इर्द गिर्द हो सकता साडे परिवारक जियां विचों कोई जी ऐसे होवन, उन्होंने धन गुरु ग्रंथ साहब जी वल नितनेम करन वल, सतसंगत आउण वल मन चाह विच नहीं भरदा। दुनिया की ऐशो इशरत वल जाना होवे ते दौड़ दौड़ जाते ने। उन्हां बाबत कबीर जी नूं लिखना पिया, कबीर पापी भगत ना भावे, हर पूजा ना सुहाए। माखी चंदन पर हरै जह विगंध तै जाए। पर जो गुरु के सिख ने, उन्होंने गुरु का शब्द मिठा लगता है। माई चरण गुर मीठे, माई चरण गुर मीठे, माई चरण गुर मीठे, माई चरण गुर मीठे। वड्डा भाग देवै परमेश्वर, वड्डा भाग देवै परमेश्वर। कोट फला दर्शन गुर डीठे, कोट फला दर्शन गुर डीठे। उन्हां अंदर
गुरु के चरण भाव गुरु का शब्द मिठा लगता है, उन्होंने सवादला लगता है, उन्होंने रसदायक लगता है, उन्होंने मन नूं भाउंदा है। इस करके जिस दिन साहब मेरे पातशाह कहते ने गुर का शब्द लगो मन मीठा, पार ब्रह्म तांते मोहे डीठा। फिर रब दिसन लग पिया, फिर वाहिगुरु नज़र आउण लग पिया। भाई बन्नों जी जिन्ना आदि श्री गुरु ग्रंथ साहिब महाराज जी का पहला उतारा जो पहला प्रकाश किया गया, उस तो बाद पहला उतारा अपने हत्थां नाल कलम नाल आप लिखिया सी। उस बीड़ का नाम भी उस समय भाई बन्नों वाली बीड़ पिया सी। भाई बन्नों जी अपने इलाके विच प्रचार करते सन, गुरु का शब्द का प्रचार करदियां करदियां रब की गल करदे। रब सब थावें है, रब हर थां ते है। एक सिख सवाल करदा है, भाई साहब जी मैनू एक गल दसो ना, जे रब सब थावें है तो रब नज़र क्यों नहीं आउंदा? तो भाई बन्नों जी बांह पकड़ के बाहर अंब के पौधे को लै गए तो कह लगे दस ये पौधा किस फल का? कहता जी अंब का। तो भाई साहब जी कहते जे अंब का पौधा है तो अंब तो किते नज़र नहीं आते। वो सिख खेड़ खड़ा के हसिया, भाई जी हद करते हो, इस समय कोई अंब के फल का थोड़ा, जदों रुत आएगी मौसम आएगा उस समय बूर लगेगा, फिर निक्कियां निक्कियां अंबियां तो बाद वो वधेगा फलेगा पक्केगा तां जाके वो अंब नज़र आएगा। कहते ने पत्ते तोड़ के खा के दस इस विच अंब का स्वाद है? कहते जी नहीं, पत्ते तोड़ के खान की केड़ी गल करदे हो, ये पता है कड़वे कड़वे ये बक बके ने। तो भाई साहब जी कह लगे देख इधर अंब का पौधा है पर अंब नज़र नहीं आउंदा, उधर वाहिगुरु है पर वाहिगुरु नज़र नहीं आउंदा। जिस दिन तेरी सुरत वाहिगुरु वाहिगुरु जपदियां उस वाहिगुरु के फल तक पुज जाएगी, उस दिन तेनू वाहिगुरु नज़र भी आउण लग जाएगा। मैं एक बेनती करा, तरवर फल पूर्व होए सावा, स्वाद बिखे कौरा लख पावा, पुन पीरो तब लेह तुर छाई, बृछ बीच ते ले रस पाई, पुन पाके होवे रंग लाल, स्वाद पाए सो मदर विसाल। धन गुरु अंगद देव जी ने जो सिखां नूं समझाया, वो भाई साहब भाई संतोख सिंह जी ने सूरज प्रकाश दियां ये चंद पंक्तियां विच वो वार्तालाप जिक्र किया। कहंदे ने तरवर फल पूर्व होए सावा, अंब नूं फल लगा, छोटी जी अंबी सी उसका रंग हरा सी। जे उस छोटे जे अंब नूं असीं खा के वेखीए वो कौड़ा है, रंग हरा ते स्वाद कौड़ा है। कहंदे पुन पीरो तब लेह तुर छाई, बृछ बीच ते ले रस पाई। वो होर वधिया, रंग पीला हो गया, स्वाद खट्टा हो गया, पुन पाके होवे रंग लाल, स्वाद पाए सो मदर बसाल। जदों पक गया रंग लाल हो गया, स्वाद उसका मिठा हो गया। ये है गुर का शब्द लगो मन मीठा, पार ब्रह्म तांते मोहे डीठा। वाहिगुरु 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 जपदियां ये मिठा लगन लग पिया, स्वाद आउण लग पिया। फिर वाहिगुरु जी घट घट में हर जू बसै, संतन के हो पुकार। फिर घट घट गुप्त उपाय वेखे, प्रगट गुरमुख संत जना। वो घट घट विच गुप्त सी, उसकी समान सत्ता सारे संसार च सी। पर मैं बेनती करा सिमरन करदियां करदियां उसकी विशेष सत्ता प्रगट हो गई। धन गुरु ग्रंथ साहिब जी दे बोल थोड़े होर ध्यान च रखियो। ज्यों बैसंतर काष्ट मझार, बिन संजम नहीं कारज सार, बिन गुर ना पावै गो हर जी को द्वार। धन गुरु ग्रंथ साहिब महाराज कहते ने जिमें लकड़ां विच अग है पर नज़र नहीं आउंदी, वो लकड़ अग वाला काम भी नहीं करती। थोड़ी गल ध्यान च रखियो, अग दे तीन काम ने, साड़ना, सेक देना
ਤੇ ਰੌਸ਼ਨੀ ਦੇਣੀ। ਪਰ ਲੱਕੜ 'ਚੋਂ ਤਿੰਨੇ ਹੀ ਨਹੀਂ ਲੱਭਦੇ, ਉਸ਼ਨਤਾ, ਦਾਹਤਾ ਤੇ ਪ੍ਰਕਾਸ਼ਤਾ। ਉਹ ਲੱਕੜ ਸਾਰਾ ਦਿਨ ਚੁੱਲ੍ਹੇ ਚਲਾਈ ਰੱਖੋ, ਮੈਂ ਬੇਨਤੀ ਕਰਾਂ ਕੁਝ ਵੀ ਨਹੀਂ ਬਣੇਗਾ। ਹਕੀਕਤ ਹੈ ਜਿਉਂ ਬੈਸੰਤਰ ਕਾਸ਼ਟ ਮਜ਼ਾਰ ਸਗਲ ਬਨਸਪਤ ਮੈਂ ਬੈਸੰਤਰ, ਸਾਰੀਆਂ ਲੱਕੜਾਂ ਵਿੱਚ ਅੱਗ ਹੈ, ਪਰ ਜਦ ਤੱਕ ਲੱਕੜ ਦੀ ਅੱਗ ਨੂੰ ਪ੍ਰਗਟ ਨਹੀਂ ਕਰਾਂਗੇ ਤਦ ਤੱਕ ਲੱਕੜ 'ਚੋਂ ਅੱਗ ਵਾਲਾ ਕੰਮ ਨਹੀਂ ਲੈ ਸਕਾਂਗੇ। ਇਸ ਨੂੰ ਦੂਸਰੀ ਭਾਸ਼ਾ ਵਿੱਚ ਕਿਹਾ ਜਾਂਦਾ ਹੈ, ਲੱਕੜ ਦੀ ਅੱਗ ਸਮਾਨ ਸਤਾ ਹੈ, ਪ੍ਰਗਟ ਹੋ ਜਾਏ ਤੇ ਉਸ ਦੀ ਵਿਸ਼ੇਸ਼ ਸਤਾ ਪ੍ਰਗਟ ਹੋ ਜਾਂਦੀ। ਹਕੀਕਤ ਹੈ ਸਮਾਨ ਰੂਪ ਵਿੱਚ ਵਾਹਿਗੁਰੂ ਜੀ ਸਭ ਵਿੱਚ ਨੇ, ਚੋਰ ਵਿੱਚ ਵੀ ਨੇ, ਡਾਕੂ ਵਿੱਚ ਵੀ ਨੇ, ਔਗਣਿਆਰੇ ਵਿੱਚ ਵੀ ਨੇ, ਧਰਮੀ ਮਨੁੱਖਾਂ ਵਿੱਚ ਵੀ ਨੇ। ਪਰ ਜਿਨ੍ਹਾਂ ਨੇ ਵਾਹਿਗੁਰੂ ਸਿਮਰਨ ਕਰਦਿਆਂ ਸੁਰਤ ਰਾਹੀਂ ਪ੍ਰਗਟ ਕਰ ਲਿਆ, ਉਹਨਾਂ ਨੂੰ ਰੱਬ ਨਜ਼ਰ ਆਉਣ ਲੱਗ ਪਿਆ। ਬਾਕੀ ਕਹਿ ਸਕਦੇ ਹਾਂ ਵੀ ਪਰੋਖਸ਼ ਗਿਆਨ ਹੈ, ਸੁਣੀ ਸੁਣਾਈ ਗੱਲ ਨਾਲ ਕਹਿ ਦਿੰਦੇ ਹਾਂ ਰੱਬ ਸਭ ਵਿੱਚ ਹੈ, ਪਰ ਅਨੁਭਵ ਵਿੱਚ ਕਿਸੇ ਕਿਸੇ ਦੇ ਆਉਂਦਾ। ਜਿਨ੍ਹਾਂ ਨੇ ਜਪਿਆ, ਜਿਨ੍ਹਾਂ ਨੇ ਗੁਰੂ ਕੇ ਸ਼ਬਦ ਨਾਲ ਸਨੇਹ ਲਗਾ ਲਿਆ, ਗੁਰੂ ਕੇ ਸ਼ਬਦ ਮਿੱਠੇ ਲੱਗਣ ਲੱਗ ਪਏ, ਕਹਿੰਦੇ ਨੇ ਉਹਨਾਂ ਨੇ ਫਿਰ ਪਰਮ ਬ੍ਰਹਮ ਵਾਹਿਗੁਰੂ ਪਰਮੇਸ਼ਵਰ ਜੀ ਨੂੰ ਦੇਖ ਲੀਤਾ। ਦਰਪਣ ਵਾਂਗ ਧਿਆਨ ਧਰ ਆਪ ਨਿਹਾਲੇ, ਘਟ ਘਟ ਪੂਰਨ ਬ੍ਰਹਮ ਹੈ, ਚੰਦ ਜਲ ਵਿੱਚ ਪਾਲੇ, ਕਾਸ਼ਟ ਅਗਨ ਚਲਤ ਵੇਖ ਜਲ ਧਰਤ ਹਿਆਲੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਤੂੰ ਆਪਣਾ ਚਿਹਰਾ ਵੇਖਣਾ ਚਾਹੁੰਦਾ, ਤੈਨੂੰ ਦਰਪਣ ਚਾਹੀਦਾ। ਬਿਨਾਂ ਦਰਪਣ ਤੋਂ ਇਹ ਅੱਖਾਂ ਹੋਰਨਾਂ ਦੇ ਚਿਹਰੇ 'ਤੇ ਵੇਖ ਸਕਦੀਆਂ, ਪਰ ਆਪਣਾ ਚਿਹਰਾ ਨਹੀਂ ਵੇਖ ਸਕਦੀਆਂ। ਕਾਰਨ ਹੈ ਨਜ਼ਰ ਦਰਪਣ ਨੇ ਪਲਟਾ ਕੇ ਆਪਣੇ 'ਤੇ ਕਰ ਦਿੱਤੀ। ਗੁਰੂ ਕੇ ਸ਼ਬਦ ਨੇ ਸੁਰਤ ਵਾਪਸ ਕਰਕੇ ਸ਼ਬਦ ਦੇ ਰਾਹੀਂ ਆਪਣੇ ਆਪੇ ਵਿੱਚ ਲੈ ਆਂਦੀ, ਅੰਦਰ ਦੇ ਧਿਆਨ ਵਿੱਚ ਚਲੇ ਗਏ, ਰੱਬ ਨਜ਼ਰ ਆਉਣ ਲੱਗ ਪਿਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਚੰਦਰਮਾ ਜਲ ਵਿੱਚ ਨਜ਼ਰ ਆਉਂਦਾ, ਤੂੰ ਜਲ ਵਿੱਚ ਚੰਦ ਭਾਲੇਗਾ ਤੇ ਤੈਨੂੰ ਲੱਭਣਾ ਕੋਈ ਨਹੀਂ। ਚੰਦ ਜਲ ਵਿੱਚ ਭਾਲੇ। ਮੈਂ ਬੇਨਤੀ ਕਰ ਲੱਗਾ ਹਬ ਸਮਾਨੀ ਜੋਤ ਜੋ ਜਲ ਘਟਾਊ ਚੰਦਰਮਾ ਪ੍ਰਗਟ ਥੀਆ ਆਪ ਨਾਨਕ ਮਸਤਕ ਲਿਖਿਆ। ਹਜ਼ਾਰ ਘੜੇ ਪਾਣੀ ਦੇ ਭਰ ਕੇ ਰੱਖੇ ਹੋਣ, ਚੰਦਰਮਾ ਹਜ਼ਾਰ ਨਜ਼ਰ ਆਵਣਗੇ, ਹੱਥ ਇੱਕ ਵੀ ਨਹੀਂ ਆਏਗਾ। ਧਿਆਨ 'ਚ ਰੱਖ ਲਿਓ, ਚੰਦਰਮਾ ਹਜ਼ਾਰ ਨਹੀਂ, ਚੰਦ ਇੱਕ ਹੈ। ਪਰ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਚੰਦਰਮਾ ਜੋ ਪਾਣੀ ਵਿੱਚ ਨਜ਼ਰ ਆਉਂਦਾ ਹੈ ਉਹ ਹੈ ਪ੍ਰਤੀਬਿੰਬ, ਜੋ ਚੰਦਰਮਾ ਆਕਾਸ਼ ਵਿੱਚ ਹੈ ਉਹ ਹੈ ਬਿੰਬ। ਜਿਉਂ ਪ੍ਰਤੀਬਿੰਬ ਬਿੰਬ ਕੋ ਮਿਲੀ ਹੈ ਉਦ ਕੋ ਕੁੰਭ ਬਿਗਰਾਨਾ, ਕਹੋ ਕਬੀਰ ਐਸਾ ਗੁਣ ਪ੍ਰਮ ਭਾਗਾ, ਤੋ ਮਨ ਸੁਨ ਸਮਾਨਾ। ਤੂੰ ਇਹ ਗੱਲ ਧਿਆਨ 'ਚ ਰੱਖ, ਇੱਧਰ ਹਜ਼ਾਰਾਂ ਘੜਿਆਂ ਵਿੱਚ ਹਜ਼ਾਰਾਂ ਚੰਦ ਨਜ਼ਰ ਆਉਂਦੇ ਨੇ, ਇੱਧਰ ਕਰੋੜਾਂ ਜੀਵਾਂ ਵਿੱਚ ਕਰੋੜਾਂ ਰੱਬ ਨਜ਼ਰ ਆਉਂਦੇ ਨੇ, ਪਰ ਰੱਬ ਇੱਕ ਹੈ। ਇਹ ਗੱਲ ਧਿਆਨ 'ਚ ਰੱਖ ਲਿਓ। ਜਿਸ ਵਾਹਿਗੁਰੂ ਜੀ ਦਾ ਪ੍ਰਤੀਬਿੰਬ ਪੈ ਰਿਹਾ, ਜਿਸ ਵਾਹਿਗੁਰੂ ਜੀ ਦੀ ਸ਼ਕਤੀ ਦਾ ਅਕਸ ਸਾਡੇ ਵਿੱਚ ਪੈ ਰਿਹਾ, ਜਦੋਂ ਉਸ ਦਾ ਸਿਮਰਨ ਕਰਦੇ ਗਏ ਤੇ ਫਿਰ ਸੱਚ ਕਰਕੇ ਜਾਣਿਓ ਵਾਹਿਗੁਰੂ ਜੀ ਫਿਰ ਘਟ ਘਟ ਵਿੱਚੋਂ ਅਨੁਭਵ ਵਿੱਚੋਂ ਨਜ਼ਰ ਆਉਣ ਲੱਗ ਪਿਆ। ਇਸ ਕਰਕੇ ਸਾਹਿਬ ਕਹਿੰਦੇ ਨੇ ਗੁਰ ਕਾ ਸ਼ਬਦ ਲੱਗੋ ਮਨ ਮਿੱਠਾ, ਪਾਰ ਬ੍ਰਹਮ ਤਾਂ ਤੇ ਮੋਹਿ ਡੀਠਾ, ਗੁਰ ਸੁਖ ਦਾਤਾ ਗੁਰ ਕਰਤਾਰ। ਗੁਰੂ ਸੁਖ ਦਾਤਾ ਨੇ, ਚੂँकि ਸਭ ਸੁਖ ਦਾਤੇ ਉਹ ਸਤਿਗੁਰੂ ਨੇ, ਸਰਬ ਸੁਖਾਂ ਕਾ ਦਾਤਾ ਸਤਿਗੁਰ। ਮੈਂ ਬੇਨਤੀ ਕਰਨ ਲੱਗਾ ਧਿਆਨ ਦਿਓ, ਜਿਹੜੀ ਹੱਟੀ ਤੇ ਜਾਈਏ, ਭਾਂਡਿਆਂ ਵਾਲੀ ਦੁਕਾਨ ਤੇ ਜਾਈਏ ਭਾਂਡੇ ਮਿਲਣਗੇ, ਕਰਿਆਨੇ ਵਾਲੀ ਦੁਕਾਨ ਤੇ ਜਾਈਏ ਕਰਿਆਨੇ ਦਾ ਸਮਾਨ ਮਿਲੇਗਾ, ਹੀਰਿਆਂ ਵਾਲੀ ਹੱਟੀ ਤੇ ਜਾਈਏ ਤੇ ਹੀਰੇ ਮਿਲਣਗੇ। ਇਹ ਦੁਨੀਆ ਦੀ ਹੱਟੀ ਤੇ ਜਾਈਏ ਤੇ ਦੁੱਖ ਭਰੇ ਹੋਏ ਨੇ, ਸੰਸਾਰ ਵਿੱਚ ਸੁੱਖ ਨਹੀਂ ਹੈ। ਇਹ ਗੱਲ ਜ਼ਰੂਰ ਧਿਆਨ 'ਚ ਰੱਖਿਓ। ਨਾਨਕ ਦੁਖੀਆ ਸਭ ਸੰਸਾਰ, ਸੰਸਾਰ ਵਿੱਚ ਦੁੱਖ ਭਰੇ ਨੇ। ਇੱਥੇ ਈਰਖਾ ਹੈ, ਨਿੰਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਵਿਸ਼ੇ ਵਕਾਰ ਨੇ, ਸੁਰਤ ਗਵਾਚ ਜਾਂਦੀ, ਦੁਨੀਆ ਵਿੱਚ ਮੈਂ ਮੇਰੀ ਵਿੱਚ ਫਸ ਜਾਂਦੇ, ਲੜਾਈ ਝਗੜੇ
ਤੇ ਕਲੇਸ਼ ਮਿਲਦੇ ਨੇ। ਜਦੋਂ ਸੁਰਤ ਨੂੰ ਦੁਨੀਆ 'ਚੋਂ ਉੱਪਰ ਉਠਾ ਲਈਏ, ਧੰਨ ਗੁਰ ਸ਼ਬਦ ਦੀ ਸੰਗਤ ਵਿੱਚ ਬਿਠਾ ਲਈਏ ਤੇ ਸਾਰੀ ਦੁਨੀਆ ਭੁੱਲ ਜਾਂਦੀ। ਇਸ ਵਕਤ ਹੋ ਸਕਦਾ ਸ਼ਬਦ ਵਿਚਾਰ ਸੁਣਨ ਵਾਲੇ ਕੋਈ ਨਾ ਕੋਈ ਕਿਸੇ ਸਮੱਸਿਆ ਵਿੱਚ ਹੋਵਣ, ਪਰ ਇੱਥੇ ਬੈਠਿਆਂ ਬੈਠਿਆਂ ਸਭ ਕੁਝ ਹੀ ਭੁੱਲਿਆ ਹੋਵੇ। ਭਲਿਆ ਜਿਸ ਦੇ ਸੰਗ ਵਿੱਚ ਬੈਠਿਆਂ ਹੀ ਭਾਵੇਂ ਥੋੜੀ ਦੇਰ ਲਈ ਦੁਨੀਆ ਭੁੱਲਦੀ ਹੈ, ਪਰ ਭੁੱਲ ਜਾਂਦੀ ਹੈ ਨਾ। ਅਗਰ ਉਹ ਸਦਾ ਤੇਰੇ ਹਿਰਦੇ ਦੇ ਸੰਗ ਵਿੱਚ ਸ਼ਬਦ ਬੈਠ ਜਾਏ ਤਾਂ ਤੂੰ ਦੁਨੀਆ ਦੇ ਸਾਰੇ ਦੁੱਖਾਂ ਤੋਂ ਮੁਕਤ ਹੋਵੇਗਾ ਕਿ ਨਹੀਂ ਹੋਵੇਗਾ। ਇਸ ਕਰਕੇ ਇਹ ਗੁਰੂ ਦੀ ਹਟੜੀ ਤੇ ਆਉਣਾ, ਤਨ ਹਟੜੀ ਉਹ ਮਨ ਵਣਜਾਰਾ, ਨਾਨਕ ਸਹਿਜੇ ਸੱਚ ਵਪਾਰਾ। ਆ ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਇਸ ਗੁਰੂ ਦੇ ਦਰ ਤੇ ਸਾਰੇ ਸੁੱਖ ਨੇ, ਇੱਥੇ ਦੁੱਖ ਨਹੀਂ। ਮੈਂ ਬੇਨਤੀ ਕਰਾਂ, ਰੱਬ ਦੇ ਘਰ ਵਿੱਚ ਸਾਰੇ ਸੁੱਖ ਨੇ, ਉੱਥੇ ਦੁੱਖ ਨਹੀਂ। ਸਭ ਸੁਖ ਦਾਤਾ ਰਾਮ ਹੈ ਤੇ ਸਰਬ ਸੁਖਾਂ ਕਾ ਦਾਤਾ ਸਤਿਗੁਰ। ਤਾਂ ਕਿ ਸ਼ਰਨੀ ਪਾਈਐ ਦਰਸ਼ਨ ਭੇਟਤ ਹੋਤ ਆਨੰਦਾ, ਦੁਖ ਗਿਆ ਹਰ ਗਾਈਐ। ਜਦੋਂ ਹਰ ਗਾਇਆ, ਵਾਹਿਗੁਰੂ ਵਾਹਿਗੁਰੂ ਗਾਇਆ, ਸਿਮਰਨ ਦਾ ਅੰਦਰ ਅਸਰ ਹੋਣ ਲੱਗਾ, ਸਿਮਰਨ ਦਾ ਫਲ ਬਣਨ ਲੱਗਾ, ਸਿਮਰਨ ਦੀ ਬਰਕਤ ਬਣਨ ਲੱਗੀ, ਸਿਮਰਨ ਦਾ ਪੌਦਾ ਵੱਡਾ ਹੋ ਕੇ ਫਲ ਤੱਕ ਪੁੱਜ ਗਿਆ। ਮੈਂ ਬੇਨਤੀ ਕਰਾਂ, ਉੱਥੇ ਸਾਰੇ ਸੁੱਖ ਹੀ ਸੁੱਖ ਝੋਲੀ ਵਿੱਚ ਪੈਣਗੇ। ਇਸ ਵਾਸਤੇ ਮੇਰੇ ਸਾਹਿਬ ਕਹਿੰਦੇ ਨੇ, ਗੁਰ ਸੁਖ ਦਾਤਾ ਗੁਰ ਕਰਤਾਰ, ਗੁਰ ਪਰਮੇਸ਼ਰ ਏਕੋ ਜਾਨ। ਗੁਰੂ आप परमेश्वर ने, आप नारायण कलाधार, जग में परवरियो निरंकार आकार, जोत जग मंडल करियो, जह कह तह भरपूर, शब्द दीपक दी पायो, जह सिख है संग्रहियो, तत हर चरण मिलायो। ये हकीकत है गुरु करतार रूप ने। गुरु उस करतार निरंकार जी दे शब्द नूं प्रगट करन वाले ने। इस करके सतगुरां दे ये पावन बोल भी गुरु ते परमेश्वर विच भेद ना जानी, भी रब होर है ते गुरु होर ने। गुर सुख दाता गुर करतार, जी प्राण नानक गुर आधार। ये तेरे जी विच गुरु आधार, गुरु दा आसरा, ये तेरे प्राणा विच गुरु के शब्द का आसरा ऐसा बन गया। हुण सुवास सुवास गुरु गुर, गुरु गुर, गुरु जप प्राणियों, वाहिगुरु वाहिगुरु करदियां करदियां इस जीव आत्मा नूं तेरे सवासां विच वाहिगुरु नाम नूं ऐसा गुरु ने टिका दिता। हुण हर समय गुरु दे आधार ते, गुरु दे आसरे जीवन बतीत हो रहा है। सतगुरु रहमत करन, अमृत वेला गुरु संग आरंभ होवे। अरदास करदे हां गुरु संग जीवन बतीत होवे। सारा दिन गुरु दी असी नज़र तले रह के अपना आपा जानते रहिए भी गुर मेरे संग सदा है नाले। सो सतगुर प्यारा मेरे नाल है। हुण जाओगे ना, ये ना भुल जाए भी गुरु गुरुद्वारे रह गए। नहीं, गुरु मेरे नाल नाल। जे मेरे कोल वाहिगुरू वाहिगुरू, जे मेरे कोल एक ओंकार सतनाम करता पुरख, ते गुरु मेरे नाल नाल, ते नाल नाल ही नहीं सो सतगुर प्यारा मेरे नाल है। जिथे किथे मैनू लय छड़ाई दाता रहमत करन जी। धन गुरु ग्रंथ साहिब जी की कृपा दृष्टि बन आए। इन्हां अखरां नाल होईयां भुल्लां दी खिमा करियो जी। कोटान कोट धन्नवाद धन गुरु ग्रंथ साहिब महाराज जी का हार्दिक तौर पर दिल्ली सिख गुरुद्वारा प्रबंधक कमेटी अते समूह प्रबंध का तह दिलों बहुत बहुत धन्यवाद। आईयां संगतां नूं जी आयां कहंदे आ। सारियां संगतां दा हार्दिक तौर पर बहुत बहुत धन्यवाद जी। भुल्लां दी खिमा करदे आ। आओ मिल के सारे गुर फतेह नाल सांझ पाओ ते आखो जी वाहिगुरू जी का खालसा वाहिगुरू जी।